ਸ੍ਰੀ ਅਕਾਲ ਜੀ। ਮੈਂ ਰਾਹੁਲ ਗੁਪਤਾ, ਮੈਂਬਰ ਪੰਜਾਬ ਸਟੇਟ ਕੋਵਿਡ ਕੰਟਰੋਲ ਰੂਮ। ਅੱਜ ਤੁਹਾਡੇ ਨਾਲ ਕੋਵਿਡ-19 ਸੰਬੰਧੀ ਸੂਚਨਾ ਸਾਂਝੀ ਕਰਨ ਦਾ 65ਵਾਂ ਦਿਨ ਹੈ। ਵਿਸ਼ਵ ਦੇ ਕੋਵਿਡ-19 ਦੇ ਆંકੜੇ ਸੰਕਰਮਿਤ ਹੋਏ 56,04,000, ਠੀਕ ਹੋਏ 23,82,000, ਮ੍ਰਿਤਕ 3,48,000। ਭਾਰਤ ਦੇ ਆંકੜੇ ਸੰਕਰਮਿਤ ਹੋਏ 1,46,000, ਠੀਕ ਹੋਏ 61,052, ਮ੍ਰਿਤਕ 4,187। ਪੰਜਾਬ ਦੇ ਕੋਵਿਡ ਦੇ ਆંકੜੇ ਕੁੱਲ ਪੋਜ਼ੀਟਿਵ 2,106 ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 25 ਵੱਧ ਹਨ, ਠੀਕ ਹੋਏ 1,918, ਕੁੱਲ ਮੌਤਾਂ 40, ਐਕਟਿਵ ਕੇਸ 148, ਰਿਕਵਰੀ ਰੇਟ 91%। ਸਿਰਫ ਇੱਕ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹੈ। ਨੋ ਟੋਬੈਕੋ ਡੇ ਨੇੜੇ ਆ ਰਿਹਾ ਹੈ। ਇਹ ਹਰ ਸਾਲ 29 ਮਈ ਨੂੰ ਮਨਾਇਆ ਜਾਂਦਾ ਹੈ। ਧੂਏ ਅਤੇ ਬਿਨਾਂ ਧੂਏ ਵਾਲੇ ਤੰਬਾਕੂ ਦੀ ਵਰਤੋਂ ਤੁਹਾਡੇ ਅਤੇ ਆਲੇ ਦੁਆਲੇ ਸਾਰਿਆਂ ਲਈ ਬਹੁਤ ਨੁਕਸਾਨਦੇਹ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਹੈ। ਦੂਜਿਆਂ ਨੂੰ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ TB, ਸਵਾਈਨ ਫਲੂ, ਹਰਪੀਸ, ਕੋਵਿਡ-19 ਹੋ ਸਕਦਾ ਹੈ। ਕੋਵਿਡ-19 ਮਹਾਮਾਰੀ ਦੇ ਚਲਦਿਆਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਤੰਬਾਕੂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਫੇਫੜੇ ਅਤੇ ਹੋਰ ਆਰਗਨਸ ਨੂੰ ਕਰੋਨਾ ਵਾਇਰਸ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅਤੇ ਬਾਰ-ਬਾਰ ਥੁੱਕਣ ਦੇ ਨਾਲ ਦੂਜਿਆਂ ਵਾਸਤੇ ਵੀ ਰਿਸਕ ਵੱਧ ਜਾਂਦਾ ਹੈ। ਕੱਲ੍ਹ ਤੱਕ 333 ਰੇਲ ਗੱਡੀਆਂ 4,20,000 ਪ੍ਰਵਾਸੀ ਮਜ਼ਦੂਰਾਂ ਨਾਲ ਪੰਜਾਬ ਤੋਂ ਰਵਾਨਾ ਹੋ ਚੁੱਕੀਆਂ ਹਨ। ਅੱਜ ਹੋਰ 18 ਰੇਲ ਗੱਡੀਆਂ ਤਕਰੀਬਨ 21,000 ਪ੍ਰਵਾਸੀਆਂ ਦੇ ਨਾਲ ਦੇਸ਼ ਦੇ ਕੋਨੇ-ਕੋਨਿਆਂ ਵਿੱਚ ਜਾ ਰਹੀਆਂ ਹਨ। ਇਸ ਲਾਕਡਾਊਨ ਦੇ ਦੌਰਾਨ ਲਗਭਗ 50,000 ਮਰੀਜ਼ਾਂ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਟ ਹੈਲਥ ਏਜੰਸੀ ਦੁਆਰਾ ਸਿਰਫ 2 ਮਹੀਨਿਆਂ ਦੇ ਵਿੱਚ 35,628 ਕਾਰਡ ਬਣਾਏ ਗਏ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਰਾਜ ਦੇ ਵਿੱਚ ਆਉਣ ਜਾਣ ਵਾਸਤੇ ਹੁਣ ਰਸਤੇ ਖੁੱਲ੍ਹ ਰਹੇ ਨੇ, ਹਵਾਈ ਜਹਾਜ਼ ਰਾਹੀਂ, ਰੇਲ ਰਾਹੀਂ, ਬੱਸਾਂ ਰਾਹੀਂ, ਗੱਡੀਆਂ ਰਾਹੀਂ। ਇਸ ਦੇ ਨਾਲ ਲੋਕਾਂ ਦੇ ਮਨ ਵਿੱਚ ਬੜੀ ਸ਼ੰਕਾ ਉੱਠ ਰਹੀ ਹੈ ਕਿ ਜਦੋਂ ਉਹ ਪੰਜਾਬ ਦੇ ਵਿੱਚ ਵਾਪਸ ਪਹੁੰਚਣਗੇ ਤਾਂ ਉਹਨਾਂ ਦੇ ਨਾਲ ਕੁਆਰੰਟਾਈਨ ਨੂੰ ਲੈ ਕੇ ਲਾਕਡਾਊਨ ਦੇ ਹੁੰਦਿਆਂ ਕਿੱਦਾਂ ਉਹਨਾਂ ਨੂੰ ਬਿਹੇਵ ਕਰਨਾ ਹੈ, ਕਿੱਦਾਂ ਉਹਨਾਂ ਦੇ ਨਾਲ ਵਰਤਿਆ ਜਾਵੇਗਾ। ਸੋਸ਼ਲ ਮੀਡੀਆ 'ਤੇ ਸਾਡੀ ਹੈਲਪਲਾਈਨ ਨੰਬਰਾਂ ਦੇ ਉੱਤੇ ਕਾਫੀ ਇਸ ਤਰ੍ਹਾਂ ਦੇ ਸਵਾਲ ਆਏ ਤਾਂ ਸਾਡੇ ਸੀਨੀਅਰ ਮੈਂਬਰ ਨੇ ਕੋਵਿਡ ਕੰਟਰੋਲ ਰੂਮ ਦੇ ਸ਼੍ਰੀ ਵਿਪੁਲ ਉਜਵਲ, ਉਹ ਹੁਣ ਸਾਨੂੰ ਅੱਜ ਸਟੂਡੀਓ ਦੇ ਵਿੱਚ ਜੁਆਇਨ ਕੀਤਾ ਹੋਇਆ ਨੇ ਅਤੇ ਉਹ ਇਸ ਗੱਲ ਦੇ ਉੱਤੇ ਥੋੜ੍ਹੀ ਚਰਚਾ ਕਰਨਗੇ, ਰੌਸ਼ਨੀ ਪਾਉਣਗੇ। ਸਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਜੀ ਨੇ ਸੁਣਿਆ ਕਿ ਅਸੀਂ ਅੱਜ ਤੁਹਾਡੇ ਨਾਲ ਜਿਹੜੇ ਬਾਹਰ ਤੋਂ ਆਉਣ ਵਾਲੇ, ਭਾਵੇਂ ਉਹ ਬਾਹਰ ਦੇ ਮੁਲਕਾਂ ਤੋਂ ਆਉਣ ਵਾਲੇ ਹੋਣ ਜਾਂ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਆਪਣੇ ਪੰਜਾਬੀ ਹੋਣ, ਉਹਨਾਂ ਦੇ ਕੀ ਪ੍ਰੋਟੋਕੋਲ, ਕੀ ਉਹਨਾਂ ਦਾ ਪ੍ਰੋਸੈਸ ਫੋਲੋ ਕਰਨਾ ਹੈ ਜਦੋਂ ਉਹ ਇੱਥੇ ਆਉਂਦੇ ਹੈ, ਉਹਦੇ ਬਾਰੇ ਜਿਹੜੇ ਸਾਨੂੰ ਸਵਾਲ ਮਿਲੇ ਉਹਨਾਂ ਦੇ ਜਵਾਬ ਦੇਣ ਲਈ ਅੱਜ ਇੱਥੇ ਹਾਜ਼ਰ ਹੋਏ ਹਾਂ। ਮੁੱਢਲੇ ਤੌਰ 'ਤੇ 3 ਕੈਟੇਗਰੀਆਂ ਦੇ ਬਾਰੇ ਅਸੀਂ ਗੱਲ ਕਰਾਂਗੇ। ਪਹਿਲੇ ਇੰਟਰਨੈਸ਼ਨਲ ਟਰੈਵਲਰ, ਜਿਹੜੇ ਬਾਹਰ ਦੇ ਮੁਲਕਾਂ ਤੋਂ ਲੋਕ ਵਾਪਸ ਪੰਜਾਬ ਲੌਟ ਰਹੇ ਨੇ। ਦੂਜੀ ਕੈਟੇਗਰੀ ਹੈ ਡੋਮੈਸਟਿਕ ਟਰੈਵਲਰ, ਜਿਹੜੇ ਕਿ ਵੱਖਰੇ ਸੂਬਿਆਂ ਤੋਂ ਪੰਜਾਬ ਵੱਲ ਆ ਰਹੇ ਨੇ ਅਤੇ ਪੰਜਾਬ 'ਚ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦਾ ਕੁਆਰੰਟੀਨ ਹੋਣਾ ਜਾਂ ਕਿਸ ਤਰ੍ਹਾਂ ਉਹਨਾਂ ਦੀ ਟੈਸਟਿੰਗ ਹੋਣੀ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਤੀਜੀ ਕੈਟੇਗਰੀ ਹੈ ਫ੍ਰੀਕੁਐਂਟ ਇੰਟਰਸਟੇਟ ਟਰੈਵਲਰ, ਇਸ ਤਰ੍ਹਾਂ ਦੇ ਲੋਕ ਜਿਹੜੇ ਆਪਣੇ ਕੰਮ ਦੇ ਚਲਦੇ ਬਾਰ-ਬਾਰ ਇੱਕ ਸੂਬੇ ਤੋਂ ਦੂਸਰੇ ਸੂਬੇ ਟਰੈਵਲ ਕਰਨਾ ਪੈਂਦਾ ਹੈ, ਉਹਨਾਂ ਦੇ ਲਈ ਕੀ ਪ੍ਰੋਟੋਕੋਲ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਤਾਂ ਪਹਿਲੇ ਅਸੀਂ ਗੱਲ ਕਰਦੇ ਹਾਂ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਹੈ ਬਾਹਰ ਦੇ ਮੁਲਕਾਂ ਤੋਂ ਆਉਣ ਵਾਲੇ। ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਉਹਨਾਂ ਦੀ ਪੋਰਟ ਆਫ ਐਂਟਰੀ, ਜਿੱਥੋਂ ਤੋਂ ਉਹਨਾਂ ਨੇ ਇੰਡੀਆ ਪਹੁੰਚਣਾ, ਉੱਥੇ ਹੀ ਉਹਨਾਂ ਦੀ ਇੱਕ ਸੈਲਫ ਡਿਕਲੇਰੇਸ਼ਨ ਫਾਰਮ ਦੇਣ ਦੀ ਇੱਕ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਮੌਕੇ 'ਤੇ ਜਿਹੜੇ ਸਰਕਾਰੀ ਕਰਮਚਾਰੀ ਹੋਣਗੇ ਉਹਨਾਂ ਨੂੰ ਇੱਕ ਸੈਲਫ ਡਿਕਲੇਰੇਸ਼ਨ ਫਾਰਮ ਦੇਣਗੇ, ਜਿੱਥੇ ਉਹਨਾਂ ਦੀ ਖੁਦ ਦੀ ਪਰਸਨਲ ਅਤੇ ਉਹਨਾਂ ਦੀ ਹੈਲਥ ਦੇ ਬਾਰੇ ਡਿਟੇਲ ਉੱਚੇ ਲਿਖੀ ਵੀ ਹੋਊਗੀ। ਇਹ ਦੇਣ ਤੋਂ ਬਾਅਦ ਉਹਨਾਂ ਦੀ ਸਕਰੀਨਿੰਗ ਹੋਊਗੀ। ਸਕਰੀਨਿੰਗ ਜਿਵੇਂ ਤੁਹਾਨੂੰ ਪਤਾ ਹੈ, ਸਕਰੀਨਿੰਗ 'ਚ ਆਪਾਂ ਜਿਹੜੇ ਕੋਰੋਨਾ ਦੇ ਜਿਹੜੇ ਲੱਛਣ ਹੁੰਦੇ ਆ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜੇ ਉਹਨਾਂ ਦੀ ਸਕਰੀਨਿੰਗ ਹੋਣੀ ਤਾਂ 2 ਕੈਟੇਗਰੀ ਦੇ ਲੋਕ ਹੋਣੇ, ਜਿਨ੍ਹਾਂ 'ਚ ਲੱਛਣ ਹੋਣੇ ਅਤੇ ਜਿਨ੍ਹਾਂ 'ਚ ਲੱਛਣ ਨਹੀਂ ਹੋਣੇ। ਪਹਿਲੇ ਆਪਾਂ ਗੱਲ ਕਰਦੇ ਹਾਂ ਉਹ ਲੋਕਾਂ 'ਤੇ ਜਿਨ੍ਹਾਂ ਦੇ ਵਿਚਕਾਰ 'ਚ ਲੱਛਣ ਪਾਏ ਜਾਂਦੇ ਨੇ। ਜਿਨ੍ਹਾਂ ਦੇ 'ਚ ਲੱਛਣ ਪਾਏ ਜਾਣੇ, ਉਹਨਾਂ ਦੀ ਟੈਸਟਿੰਗ ਹੋਣੀ। RT-PCR ਸਾਡਾ ਉਹ ਜਿਹੜਾ ਟੈਸਟ ਹੈ, ਉਹਦੇ ਰਾਹੀਂ ਉਹਨਾਂ ਦੇ ਸੈਂਪਲ ਲੈ ਕੇ ਉਹਨਾਂ ਦੀ ਟੈਸਟਿੰਗ ਹੋਣੀ। ਉਹਨਾਂ ਦੇ ਜਿਹੜੇ ਵੀ ਸਿੰਪਟੋਮੈਟਿਕ ਬੰਦੇ ਹੈ, ਜੇ ਲੱਛਣ ਵਾਲੇ ਬੰਦੇ ਹੈ, ਉਹਨਾਂ ਨੂੰ ਸਰਕਾਰੀ ਅਦਾਰਿਆਂ 'ਤੇ ਲਿਜਾ ਕੇ ਟੈਸਟਿੰਗ ਹੋਊਗੀ। ਟੈਸਟਿੰਗ ਦੇ ਰਿਜ਼ਲਟ ਆਉਣ ਦੇ ਪਛਾਤ ਜੇ ਉਹ ਪੋਜ਼ੀਟਿਵ ਪਾਏ ਜਾਂਦੇ ਨੇ ਤਾਂ 2 ਪ੍ਰੋਟੋਕੋਲ ਹੈ ਉਹਨਾਂ ਦੇ ਲਈ, 2 ਤਰੀਕੇ ਦੇ ਨਾਲ ਹੀ ਉਹਨਾਂ ਨੂੰ ਡੀਲ ਕੀਤਾ ਜਾਊਗਾ। ਜੇਕਰ ਉਹ ਲੋ ਥ੍ਰੈਟ ਗਰੁੱਪ ਹੈ, ਪੋਜ਼ੀਟਿਵ ਆਉਣ ਤੋਂ ਬਾਅਦ ਜੇ ਉਹ ਲੋ ਥ੍ਰੈਟ ਗਰੁੱਪ ਹੈ, ਜਿਵੇਂ ਕਿ ਉਹਨਾਂ ਦੀ ਏਜ 60 ਜਾਂ ਉਸ ਤੋਂ ਘੱਟ ਸਾਲ ਦੀ ਹੈ, ਉਹਨਾਂ 'ਚ ਕੋਈ ਸਿੰਪਟਮ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਹਨਾਂ 'ਚ ਕੋਈ ਕੋਮੋਰਬਿਡਿਟੀ ਯਾਨੀ ਕੋਈ ਬਿਮਾਰੀ ਜਿਵੇਂ ਕਿ ਡਾਇਬੀਟੀਜ਼ ਜਾਂ ਹਾਰਟ ਦੀ ਕੋਈ ਹੋਰ ਪਰੇਸ਼ਾਨੀ ਉਹਨਾਂ ਨੂੰ ਨਹੀਂ ਹੈ, ਤਾਂ ਇਹਨਾਂ ਨੂੰ ਲੋ ਥ੍ਰੈਟ ਗਰੁੱਪ ਕਹਿੰਦੇ ਨੇ। ਜੇ ਅਗਰ ਉਹ ਪੋਜ਼ੀਟਿਵ ਪਾਏ ਜਾਂਦੇ ਨੇ ਔਰ ਲੋ ਥ੍ਰੈਟ ਗਰੁੱਪ 'ਚ ਹੈ ਤਾਂ ਉਹਨਾਂ ਨੂੰ ਸਰਕਾਰ 'ਚ ਕੋਵਿਡ ਕੇਅਰ ਸੈਂਟਰਸ ਬਣੇ ਹੋਏ ਨੇ, ਉੱਤੇ ਭੇਜਿਆ ਜਾਊਗਾ।
ਇਸ ਤੋਂ ਇਲਾਵਾ ਜੇ ਉਹ ਹਾਈ ਥ੍ਰੈਟ ਹੈ, ਲੈਟਸ ਸੇ ਦੂਸਰੀ ਕੈਟੇਗਰੀ ਪੋਜ਼ਿਟਿਵ ਹੈ ਤੇ ਹਾਈ ਥ੍ਰੈਟ ਜਿਵੇਂ ਕਿ 60 ਸਾਲ ਤੋਂ ਉੱਪਰ ਉਮਰ ਹੈ, ਕੋਈ ਕੋਮੋਰਬਿਡਿਟੀ ਯਾਨੀ ਕੋਈ ਔਰ ਬਿਮਾਰੀ ਉਹਨਾਂ ਨੂੰ ਹੋਈ ਹੈ, ਜਿਵੇਂ ਕਿ ਹਾਰਟ ਦੀ, ਸਾਹ ਦੀ ਉਹਨਾਂ ਨੂੰ ਬਿਮਾਰੀ ਹੋਰ ਹੈ, ਜਾਂ ਉਹਨਾਂ ਦੇ ਜਿਹੜੇ ਲੱਛਣ ਆਏ ਨੇ ਉਹ ਕਾਫੀ ਸੀਵੀਅਰ ਕੈਟੇਗਰੀ ਦੇ ਹਨ, ਉਸ ਤਰ੍ਹਾਂ ਦੇ ਲੋਕਾਂ ਦੇ ਲਈ ਪ੍ਰੋਟੋਕੋਲ ਹੈ ਕਿ ਉਹਨਾਂ ਨੂੰ ਫੇਜ਼ 2 ਜਾਂ ਫੇਜ਼ 3 ਜਿਸ ਤਰ੍ਹਾਂ ਦੇ ਵੀ ਗੰਭੀਰਤਾ ਦੇ ਉਹਨਾਂ ਦੇ ਲੱਛਣ ਹੈ, ਉਸ ਤਰ੍ਹਾਂ ਦੀ ਫੈਸਿਲਿਟੀ, ਸਰਕਾਰੀ ਫੈਸਿਲਿਟੀ ਜਿਹੜੀ ਹੈਲਥ ਦੀ ਹੈ, ਉੱਥੇ ਉਹਨਾਂ ਨੂੰ ਭੇਜਿਆ ਜਾਊਗਾ ਤੇ ਉਹਨਾਂ ਦਾ ਇਲਾਜ ਕੀਤਾ ਜਾਊਗਾ। ਦੋਨਾਂ ਹੀ ਥਾਵਾਂ ਤੇ ਉਹਨਾਂ ਦੀ ਜਿਹੜੀ ਬਾਅਦ 'ਚ ਰਿਲੀਜ਼ ਕਰਨ ਦੀ, ਉਹਨਾਂ ਨੂੰ ਜਿਹੜੀ ਜਦੋਂ ਉਹਨਾਂ ਦਾ ਟ੍ਰੀਟਮੈਂਟ ਹੋ ਜਾਊਗਾ ਉਹਨਾਂ ਤੋਂ ਬਾਅਦ ਘਰ ਭੇਜਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਨਿਰਧਾਰਿਤ ਪ੍ਰੋਟੋਕੋਲ ਦੇ ਰਾਹੀਂ ਕੀਤੀ ਜਾਊਗੀ। ਹੁਣ ਗੱਲ ਕਰਦੇ ਹਾਂ ਉਹ ਲੋਕਾਂ ਦੀ ਜਿਨ੍ਹਾਂ 'ਚ ਕੋਈ ਮੌਕੇ 'ਤੇ ਸਕਰੀਨਿੰਗ ਜਦੋਂ ਏਅਰਪੋਰਟ 'ਤੇ ਹੋਈ ਸੀਗੀ, ਉਸ ਵੇਲੇ ਕੋਈ ਲੱਛਣ ਪਾਏ ਨਹੀਂ ਗਏ, ਉਹਨਾਂ ਨੂੰ ਅਸੀਂ ਏਸਿਮਟੋਮੈਟਿਕ ਬਿਨਾਂ ਲੱਛਣ ਵਾਲੇ ਲੋਕ ਕਹਿੰਦੇ ਨੇ, ਜਾਂ ਉਹ ਲੋਕ ਵੀ ਜਿਨ੍ਹਾਂ 'ਚ ਲੱਛਣ ਪਾਏ ਗਏ ਸੀ ਬਟ ਟੈਸਟਿੰਗ ਦੇ ਬਾਅਦ ਉਹ ਨੈਗੇਟਿਵ ਪਾਏ ਗਏ। ਇਹ ਦੋਵਾਂ ਹੀ ਤਰ੍ਹਾਂ ਦੇ ਲੋਕਾਂ ਦੇ ਲਈ ਜਿਹੜੀ ਪ੍ਰੋਟੋਕੋਲ ਹੈ ਉਹ ਬੜੀ ਸਿੰਪਲ ਹੈ। ਮੌਕੇ 'ਤੇ ਇਹਨਾਂ ਨੂੰ ਇੰਸਟੀਟਿਊਸ਼ਨਲ ਕੁਆਰੰਟਾਈਨ, ਜਿਹੜੀ ਸਰਕਾਰੀ ਤੌਰ 'ਤੇ ਕੁਆਰੰਟੀਨ ਹੈ, ਉਹ ਭਾਵੇਂ ਹੋਟਲਸ ਵੀ ਹੈ ਉਹਦੇ 'ਚ, ਤੇ ਸਰਕਾਰੀ ਤੌਰ 'ਤੇ ਕੁਝ ਥਾਵਾਂ ਹੈ ਜਿੱਥੇ ਉਹਨਾਂ ਨੂੰ ਕੁਆਰੰਟੀਨ 'ਚ ਰਹਿਣਾ ਹੈ, ਉੱਥੇ ਉਹਨਾਂ ਨੂੰ ਲਿਜਾਇਆ ਜਾਊਗਾ। ਉੱਥੇ ਰੋਕਣ ਦੇ ਬਾਅਦ 5ਵੇਂ ਦਿਨ ਉਹਨਾਂ ਦਾ ਉਹੀ RT-PCR ਵਾਲਾ ਟੈਸਟ ਕੀਤਾ ਜਾਊਗਾ। ਟੈਸਟ ਦੇ ਬਾਅਦ ਦੇਖਿਆ ਜਾਊਗਾ ਕਿ ਕੀ ਉਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਅਗਰ 5 ਦਿਨ ਦੇ ਬਾਅਦ ਜਿਹੜਾ ਟੈਸਟ ਹੁੰਦਾ ਹੈ ਤੇ ਪੋਜ਼ਿਟਿਵ ਪਾਏ ਜਾਂਦੇ ਹੈ ਤਾਂ ਸੇਮ ਉਹੀ ਜਿਹੜੀ ਗੱਲ ਮੈਂ ਆਪ ਜੀ ਨੂੰ ਦੱਸੀ ਕਿ 2 ਲੋ ਥ੍ਰੈਟ ਗਰੁੱਪ 'ਚ ਹੈ तो उन्होंने कोविड केयर च हाई थ्रैट ग्रुप है तो उन्होंने फेज़ 2 या फेज़ 3 की जी स्वास्थ्य की साड़ी सहूलत हैं सेंटर्स ने उत्ते भेजा जाऊगा। जो नैगेटिव हैं तो 7 दिन बाद उन्होंने जो इंस्टीट्यूशन क्वारंटीन है, सरकारी अदारे च बैठे ने या होटल च बैठे ने, उस तो उन्होंने घर जाने की अनुमति है। 7 दिन उन्होंने घर पर खुद को क्वारंटीन करके रखना है, होम क्वारंटीन रखना है। नाल एक अंडरटेकिंग देनी है कि 7 दिनों वो एक तो होम क्वारंटीन की पूरी तौर पर पालना करेंगे तो नाल अपने आप ਨੂੰ ਸੈਲਫ ਆਬਜ਼ਰਵੇਸ਼ਨ 'ਚ ਰੱਖਣਗੇ, ਭਾਵੇਂ ਕਿ ਆਪਣੇ ਬਾਰੇ ਇਹ ਧਿਆਨ ਰੱਖਣਗੇ ਕਿ ਕਦੋਂ ਹੀ ਕੋਈ ਉਹਨਾਂ ਨੂੰ ਜੇ ਕੋਵਿਡ ਦਾ ਜਾਂ ਕਰੋਨਾ ਦਾ ਕੋਈ ਲੱਛਣ ਉਹਨਾਂ 'ਚ ਆਂਦਾ ਹੈ ਤਾਂ ਉਹਦੀ ਨੀਅਰੈਸਟ ਹਸਪੀਟਲ ਜਾ ਕੇ ਉਹ ਰਿਪੋਰਟ ਕਰਨਗੇ। ਸੋ ਇਹ ਮੋਟਾ ਪ੍ਰੋਟੋਕੋਲ ਹੈ ਕਿ ਜਿਹੜੇ ਬਾਹਰ ਤੋਂ ਲੋਕ ਆ ਰਹੇ ਨੇ, ਜਿਹੜੇ ਲੱਛਣ ਵਾਲੇ ਨੇ ਤੇ ਜਿਹੜੇ ਬਿਨਾਂ ਲੱਛਣ ਵਾਲੇ ਨੇ, ਇਹ ਕਿਤੇ ਧਿਆਨ ਰੱਖਣ ਦੀ ਲੋੜ ਹੈ ਕਿ ਕੁਝ ਐਕਸੈਪਸ਼ਨਲ ਸਰਕਮਸਟੈਂਸਸ 'ਚ ਇਹ ਜਿਹੜੀ 7 ਦਿਨ ਦੀ ਜਿਹੜੀ ਇੰਸਟੀਟਿਊਸ਼ਨ ਕੁਆਰੰਟਾਈਨ ਹੈ ਉਹਨੂੰ ਉਹ ਤੋਂ ਛੂਟ ਦਿੱਤੀ ਜਾ ਸਕਦੀ ਹੈ ਤੇ 14 ਦਿਨ ਦੀ ਪੂਰੀ ਇਹ ਜਿਹੜੀ ਕੁਆਰੰਟੀਨ ਹੈ ਘਰ 'ਤੇ ਕੀਤੀ ਜਾ ਸਕਦੀ ਹੈ। ਸਪੈਸ਼ਲ ਕੈਟੇਗਰੀ 'ਚ ਕੋਈ ਪ੍ਰੈਗਨੈਂਸੀ ਹੋਏ ਕਿਸੇ ਨੂੰ, ਜਾਂ ਘਰ 'ਚ ਕਿਸੇ ਦੀ ਡੈਥ ਹੋ ਗਈ ਹੋਵੇ, ਜਾਂ ਘਰ 'ਚ ਕੋਈ ਸੀਰੀਅਸ ਇਲਨੈਸ ਹੋਵੇ, ਇਹਨਾਂ ਕੰਡੀਸ਼ਨਾਂ 'ਚ ਐਕਸੈਪਸ਼ਨਲ ਸਰਕਮਸਟੈਂਸਾਂ 'ਚ 14 ਡੇਜ਼ ਦਾ ਹੋਮ ਕੁਆਰੰਟੀਨ ਹੋ ਸਕਦਾ ਹੈ। ਜਿਹੜਾ ਪਹਿਲਾਂ ਮੈਂ ਦੱਸਿਆ 7 ਦਿਨ ਦਾ ਸੀਗਾ, 7 ਇੰਸਟੀਟਿਊਸ਼ਨਲ ਕੁਆਰੰਟੀਨ 7 ਘਰ ਦਾ, ਇਹ ਪੂਰਾ 14 ਦਿਨ ਦਾ ਘਰੇ ਹੋ ਸਕਦਾ ਹੈ। ਬਟ ਇਹਦੇ ਲਈ ਜੋ ਤੁਹਾਡੇ ਜਿਹੜੇ ਜ਼ਿਲ੍ਹੇ ਦੇ DC ਸਾਹਿਬ ਹੈ ਉਹਨਾਂ ਤੋਂ ਤੁਹਾਨੂੰ ਪ੍ਰਵਾਨਗੀ ਲੈਣੀ ਹੋਏਗੀ। ਹੁਣ ਅਸੀਂ ਦੂਜੀ ਕੈਟੇਗਰੀ ਦੀ ਗੱਲ ਕਰਦੇ ਹਾਂ ਜਿਹੜੇ ਕੀ ਹੈ ਡੋਮੈਸਟਿਕ ਟਰੈਵਲ, ਇੱਕ ਸੂਬੇ ਤੋਂ ਪੰਜਾਬ ਜਾਣ ਵਾਲੇ, ਭਾਰਤ ਦੇ ਇੱਕ ਸੂਬੇ ਤੋਂ ਪੰਜਾਬ ਜਾਣ ਵਾਲੇ, ਇਹ ਏਅਰ, ਰੇਲ ਅਤੇ ਰੋਡ ਰਾਹੀਂ ਆ ਸਕਦੇ ਨੇ। ਇਹ ਜਿਹੜੇ ਵੀ ਪੁਆਇੰਟ ਤੋਂ ਐਂਟਰੀ ਕਰ ਰਹੇ ਹੋਣਗੇ ਪੰਜਾਬ 'ਚ, ਉਸ ਪੁਆਇੰਟ 'ਤੇ ਇਹਨਾਂ ਦੀ ਜਿਵੇਂ ਇੰਟਰਨੈਸ਼ਨਲ ਏਅਰਪੋਰਟ ਦੇ ਬਾਰੇ ਮੈਂ ਆਪ ਜੀ ਨੂੰ ਦੱਸਿਆ, ਉਸੇ ਤਰ੍ਹਾਂ ਇਹਨਾਂ ਦੀ ਸਕਰੀਨਿੰਗ ਹੋਊਗੀ। ਅਗੇਨ 2 ਕੈਟੇਗਰੀਜ਼ ਹੈ, ਲੱਛਣ ਵਾਲੇ ਤੇ ਬਿਨਾਂ ਲੱਛਣ ਵਾਲੇ। ਜਿਵੇਂ ਆਪ ਜੀ ਨੂੰ ਪਤਾ ਹੈ ਲੱਛਣ ਵਾਲੇ ਜਿਹੜੇ ਨਿਕਲਣਗੇ ਉਹਨਾਂ ਦੀ RT-PCR ਰਾਹੀਂ ਅਸੀਂ ਟੈਸਟਿੰਗ ਕਰਾਂਗੇ ਸਰਕਾਰੀ ਅਦਾਰੇ 'ਤੇ ਲੈ ਜਾ ਕੇ। ਜੇ ਉਹ ਪੋਜ਼ਿਟਿਵ ਪਾਏ ਜਾਂਦੇ ਹੈ ਤਾਂ ਫਿਰ ਅਸੀਂ ਦੇਖਾਂਗੇ ਕਿ ਉਹ ਲੋ ਥ੍ਰੈਟ ਗਰੁੱਪ 60 ਸਾਲ ਤੋਂ ਨੀਚੇ ਏਜ ਨਾਲ ਉਹਨਾਂ 'ਚ ਕੋਈ ਕੋਮੋਰਬਿਡਿਟੀ ਜਾਂ ਕੋਈ ਹੋਰ ਬਿਮਾਰੀ ਨਾ ਹੋਏ ਔਰ ਉਹਨਾਂ ਦੇ ਜਿਹੜੇ ਸਿੰਪਟਮਸ ਵੀ ਉਹ ਜ਼ਿਆਦਾ ਗੰਭੀਰ ਨਾ ਹੋਵੇ ਤਾਂ ਲੋ ਥ੍ਰੈਟ ਕੈਟੇਗਰੀ ਹੈ, ਉਹਨਾਂ ਨੂੰ ਅਸੀਂ ਕੋਵਿਡ ਸੈਂਟਰ ਲੈ ਜਾਵਾਂਗੇ। ਜੇ ਹਾਈ ਥ੍ਰੈਟ ਕੈਟੇਗਰੀ ਹੈ, ਜੇ ਗੰਭੀਰ ਹੈ ਉਹਨਾਂ ਦੇ ਲੱਛਣ ਔਰ ਜੇ ਉਹਨਾਂ ਨੂੰ ਕੋਈ ਕੋਮੋਰਬਿਡਿਟੀ ਹੈ 60 ਸਾਲ ਤੋਂ ਉੱਪਰ ਏਜ ਹੈ ਤਾਂ ਫਿਰ ਉਹਨਾਂ ਨੂੰ ਫੇਜ਼ 2 ਜਾਂ ਫੇਜ਼ 3 ਡਿਪੈਂਡਿੰਗ ਅਪੋਨ ਸੀਵੀਅਰਿਟੀ ਜਿਹੜੇ ਹੈ ਉਹਨਾਂ ਦੇ ਲੱਛਣਾਂ ਦੀ, ਉਹਨਾਂ ਨੂੰ ਅਸੀਂ ਮੈਡੀਕਲ ਫੈਸਿਲਿਟੀਜ਼ ਲੈ ਕੇ ਜਾਵਾਂਗੇ। ਸਿਮਿਲਰਲੀ ਜਿਹੜੇ ਏਸਿਮਟੋਮੈਟਿਕ ਹੈ ਜਾਂ ਜਿਹੜੇ ਸਿੰਪਟੋਮੈਟਿਕ ਸੀਗੇ ਤੇ ਨੈਗੇਟਿਵ ਪਾਏ ਗਏ ਟੈਸਟਿੰਗ ਤੋਂ ਬਾਅਦ, ਉਹਨਾਂ ਨੂੰ ਸਿੱਧਾ ਘਰ ਜਾਣ ਦੀ ਇਜਾਜ਼ਤ ਹੈ। ਇੰਟਰਨੈਸ਼ਨਲ ਟਰੈਵਲਰ 7 ਦਿਨ ਦਾ ਇੰਟਰਨੈਸ਼ਨਲ ਜਿਹੜਾ ਇੰਸਟੀਟਿਊਸ਼ਨ ਕੁਆਰੰਟੀਨ ਸੀਗਾ ਉਹ ਫੈਸਿਲਿਟੀ, ਉਹ ਜਿਹੜੀ ਰਿਕੁਆਇਰਮੈਂਟ ਸੀਗੀ ਉਹ ਹੁਣ ਇੱਥੇ ਨਹੀਂ ਹੈਗੀ, ਇਹ ਸਿੱਧੇ ਘਰ ਜਾ ਸਕਦੇ ਹੈ। ਔਰ ਇਹਨਾਂ ਨੇ ਅੰਡਰਟੇਕਿੰਗ ਦੇਣੀ ਹੈ ਕਿ ਅਗਲੇ 14 ਦਿਨਾਂ ਤੱਕ ਇਹਨਾਂ ਨੇ ਘਰ ਰਹਿ ਕੇ ਆਪਣੇ ਆਪ ਨੂੰ ਸੈਲਫ ਆਬਜ਼ਰਵੇਸ਼ਨ 'ਚ ਰੱਖਣਾ ਹੈ। ਕੋਈ ਲੱਛਣ ਆਂਦਾ ਹੈ ਤਾਂ ਨੀਅਰੈਸਟ ਹਸਪੀਟਲ ਦੱਸਣਾ ਹੈ ਤੇ ਨਾਲੇ 14 ਦਿਨਾਂ ਤੱਕ ਇਹਨਾਂ ਨੇ ਜਿਹੜੀ ਇਨ-ਬਿਨ ਪਾਲਣਾ ਕਰਨੀ ਹੈ ਹੋਮ ਕੁਆਰੰਟੀਨ ਦੀ, ਜਿਹੜੀ ਵੀ ਪ੍ਰੋਟੋਕੋਲ ਹੈ ਉਸ ਦੀ। ਲਾਸਟ ਕੈਟੇਗਰੀ ਹੈ ਸਾਡੀ ਫ੍ਰੀਕੁਐਂਟ ਇੰਟਰਸਟੇਟ ਟਰੈਵਲਰਸ, ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਕੰਮ ਦੇ ਚੱਲਦੇ ਇੱਕ ਥਾਂ ਤੇ ਦੂਸਰੀ ਥਾਂ ਆਉਂਦੇ ਜਾਂਦੇ ਰਹਿੰਦੇ। ਇਸ ਵਿੱਚ ਉਹਨਾਂ ਦਾ ਇੰਟਰਸਟੇਟ ਟਰੈਵਲ ਵੀ ਹੁੰਦਾ ਹੈ, ਜਿਵੇਂ ਕਿ MP MLA, ਸੇਲਸ ਪਰਸਨ, ਟਰਾਂਸਪੋਰਟਰਸ, ਡਾਕਟਰਸ, ਜਰਨਲਿਸਟ, ਐਗਜ਼ੀਕਿਊਟਿਵਸ, ਇੰਜੀਨੀਅਰ, ਟ੍ਰੇਡਰਸ, ਕੰਸਲਟੈਂਟਸ, ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਇੱਕ ਸਟੇਟ ਤੋਂ ਦੂਸਰੇ ਸਟੇਟ ਆਉਣਾ ਜਾਣਾ ਪੈਂਦਾ ਹੈ। तो लोगों के मन सवाल सीगा कि हर बार तुम स्टेट तो जो तुम वापस आते हो तो हर बार की 14 डेज क्वारंटीन तो होम क्वारंटीन करना पैना है। वो बारे असीं आप जी नूं दसना चाहते किस तरह के लोग अपने डिप्टी कमिश्नर साहिबान या अपने लोकल SDM साहिबान नाल संपर्क करके अपना एक स्पेशल पास बना सकते हैं। ये पास बनाने तो बाद इन्हों हर बार बाहर के सूबे तो पंजाब मुड़न ते क्वारंटीन की लोड़ नहीं है। इन्हों अपने आप को सैल्फ ऑब्जरवेशन च रखना है और ये ध्यान रखना है कि जो कोई इन्होंने कोई कोरोना का कोई सिम्पटम आता है तो जरूरी तौर पर लाजमी तौर पर जी नेड़े की स्वास्थ्य फैसिलिटी है
ਕੋਈ ਸਾਡਾ ਹਸਪੀਟਲ ਹੈ ਉੱਥੇ ਜਾ ਕੇ ਜ਼ਰੂਰ ਰਿਪੋਰਟ ਕਰਨਾ ਹੈ ਕਿ ਸਾਡੇ ਸਿੰਪਟਮ ਇਸ ਤਰ੍ਹਾਂ ਦੇ ਨੇ। ਉਹ ਚੈੱਕ ਕਰਕੇ ਫਿਰ ਅੱਗੇ ਜਿਹੜੀ ਕਾਰਵਾਈ ਹੈ ਉਹ ਤੁਹਾਡੇ ਨਾਲ ਕੀਤੀ ਜਾਊਗੀ। ਕੁੱਲ ਮਿਲਾ ਕੇ ਆਪਾਂ ਹੁਣ ਧੀਰੇ ਧੀਰੇ ਜਿਹੜੀ ਆਪਣੀ ਸੂਬੇ ਦੀ ਸਰਹੱਦਾਂ ਹੈ ਆਪਾਂ ਖੁੱਲ ਰਹੀ ਹੈ, ਲੋਕ ਟਰੈਵਲ ਕਰ ਰਹੇ ਹੈ। ਹੁਣ ਕਰੋਨਾ ਤੋਂ ਡਰਨ ਦੀ ਨਹੀਂ, ਜਾਗਰੂਕ ਰਹਿਣ ਦੀ ਲੋੜ ਹੈ। ਆਪ ਸਾਰਿਆਂ ਨੂੰ ਇਹ ਜਿਹੜੀ ਕਰੋਨਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਦੇ ਲਈ ਸਾਡਾ ਸਹਿਯੋਗ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਘਰ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ।